ਦੇ ਸਾਰੇ ਹੀ ਵਿਦਿਆਰਥੀਆਂ ਦਾ ਪੰਜਾਬੀ ਦੀ ਜਮਾਤ ਵਿੱਚ ਹਾਰਦਿਕ ਸਵਾਗਤ ਹੈ। ਆਈ ਐਮ ਮਿਸਿਜ਼ ਮਨਪ੍ਰੀਤ ਕੌਰ ਆਫ ਪੰਜਾਬੀ ਟੀਚਰ ਫਰੋਮ ਕੈਲੀਫੋਰਨੀਆ ਪਬਲਿਕ ਸਕੂਲ ਖੁਖਰਾਣਾ। ਅਤੇ ਆਪਾਂ ਬੇਟੇ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਪੜ੍ਹ ਰਹੇ ਹਾਂ, ਮੜੀ ਦਾ ਦੀਵਾ। ਅਤੇ ਅੱਜ ਆਪਾਂ ਬੇਟੇ ਇਹਦਾ ਫਸਟ ਕਾਂਡ ਹੈ, ਜਿਹੜਾ ਪਹਿਲਾ ਕਾਂਡ ਉਹ ਪੜ੍ਹਾਂਗੇ। ਨੰਦੀ ਨੂੰ ਵਿਹੜੇ ਵਿੱਚ ਬੈਠਿਆਂ ਝੌਲਾ ਪਿਆ। ਕੋਈ ਬੰਦਾ ਸਕੂਟੀ ਕੇ ਅੰਦਰੋਂ ਨਿਕਲ ਕੇ ਤੁਰਿਆ ਜਾਂਦਾ ਸੀ। ਉਹਦਾ ਚਿੱਤ ਕਾਹਲਾ ਪੈ ਗਿਆ ਅਤੇ ਡੰਗੂਰੀ ਚੁੱਕ ਕੇ ਉਹ ਸੂਟੀ ਦੇ ਘਰ ਨੂੰ ਤੁਰ ਪਈ। ਆਉਂਦੀ ਇੱਕ ਚੀਲ ਦੂਰੋਂ ਹੀ ਨੰਦੀ ਨੂੰ ਵੇਖ ਕੇ ਮੁਸਕੜੀਏ ਹੱਸਦਿਆਂ ਸੂਟੀ ਨੇ ਹੌਲੀ ਜਿਹੀ ਕਿਹਾ ਅਤੇ ਨਾਲ ਹੀ ਉੱਚੀ ਦੇਣੇ ਬੋਲੀ, ਪੈਰੀਂ ਪੈਨੀ ਐ ਅੰਬੋ। ਸੂਟੀ ਨੇ ਭਾਂਡੇ ਵਿੱਚੇ ਛੱਡ ਕੇ ਪੀੜੀ ਚੁੱਕ ਲਿਆਂਦੀ ਅਤੇ ਆਪਣੇ ਕੋਲ ਡਾਹ ਕੇ ਨੰਦੀ ਨੂੰ ਬੈਠਣ ਲਈ ਸੈਨਤ ਕਰਦਿਆਂ ਮੁੜ ਭਾਂਡੇ ਮਾਂਜਣ ਲੱਗ ਪਈ। ਬੁੱਢ ਸੁਹਾਗਣ ਤੇਰੇ ਬੱਚੇ ਜਿਉਣ, ਤੇਰੇ ਵੀਰ ਜਿਉਣ, ਪੀੜੀ 'ਤੇ ਬਹਿੰਦਿਆਂ ਨੰਦੀ ਅਸੀਸਾਂ ਦਿੰਦੀ ਰਹੀ। ਫਿਰ ਉਹਨੇ ਡੰਗੋਰੀ ਹੁੰਦਾ ਬੇਟੇ ਸੋਟੀ, ਫਿਰ ਉਹਨੇ ਡੰਗੋਰੀ ਪਾਸੇ ਰੱਖ ਕੇ ਅਤੇ ਮੂੰਹ ਸੂਟੀ ਦੇ ਨੇੜੇ ਕਰਕੇ ਹੌਲੀ ਜਿਹੀ ਪੁੱਛਿਆ, ਕੋਈ ਪ੍ਰਾਹੁਣਾ ਆਇਆ ਅੱਜ? ਆਹੋ, ਸੂਟੀ ਨੇ ਉੱਚੀ ਸਾਰੀ ਆਵਾਜ਼ ਜਵਾਬ ਦਿੱਤਾ, ਮੇਰੀ ਭੂਆ ਦਾ ਪੁੱਤ ਆਇਆ। ਕਿਉਂ, ਸੁੱਖ ਨਾਲ ਹੀ ਆਇਆ? ਆਹੋ, ਕੁੱਦੇ ਦਾ ਮੁੰਡਾ ਵੇਖਣ ਆਇਆ। ਵੱਡੀ ਕੁੜੀ ਸੁੱਖ ਨਾਲ ਮੁਟਿਆਰ ਹੈ। ਨੰਦੀ ਚੁੱਪ ਕਰ ਗਈ। ਉਹਦੀਆਂ ਨਿੱਕੀਆਂ ਅੱਖਾਂ ਇੱਕ ਵਾਰ ਫਿਰ ਰਤਾ ਕੋ ਲਿਸ਼ਕੀਆਂ, ਪਰ ਮੁੜ ਧੁੰਦ ਲੁਕੇ ਤਾਰਿਆਂ ਵਾਂਗ ਮੱਧਮ ਪੈ ਗਈਆਂ। ਕੁੜੇ ਪੁੱਤ, ਕੁਝ ਚਿਰ ਪਿੱਛੋਂ ਨੰਦੀ ਇੰਝ ਬੋਲੀ ਜਿਵੇਂ ਸੂਟੀ ਦੀ ਮਿੰਨਤ ਕਰਦੀ ਹੋਵੇ, ਤੂੰ ਸੁੱਖ ਨਾਲ ਬਾਰੀ ਕੂਹੀ ਜਾ ਕੇ ਲੋਕਾਂ ਦੇ ਘਰ ਵਸਾ ਤੇ ਕੋਈ ਆਪਦੇ ਦਿਓਰ ਦਾ ਵੀ ਬੰਨ ਸ਼ੁਭ ਕਰਾ ਦਿੰਦੀ। ਸੂਟੀ ਦੀ ਮੱਲੋ ਮੱਲੀ ਹਾਸੀ ਨਿਕਲ ਗਈ, ਪਰ ਨੰਦੀ ਤੋਂ ਮੂੰਹ ਲੁਕਾਉਣ ਦੇ ਲਈ ਉਸ ਮੁੜਕਾ ਪੂੰਝਣ ਦੇ ਬਹਾਨੇ ਕੁੰਡ ਖਿੱਚ ਕੇ ਮੂੰਹ ਪੂੰਝ ਲਿਆ। ਬਹੁਤੀ ਹਾਸੀ ਸੂਟੀ ਨੂੰ ਦਿਓਰ ਸ਼ਬਦ ਸੁਣ ਕੇ ਆਈ। ਨੰਦੀ ਨੇ ਵਿਹੜੇ ਦੀ ਕਿਸੇ ਵਹੁਟੀ ਕੋਲ ਕਦੇ ਆਪਣੇ ਜਗਸੀਰ ਨੂੰ ਤੇਰਾ ਜੇਠ ਨਹੀਂ ਸੀ ਆਖਿਆ, ਪਰ ਉਂਝ ਪੁਰਾਣੀਆਂ ਤੇ ਨਵੀਆਂ ਵਿਆਹੀਆਂ ਸਾਰੀਆਂ ਹੀ ਜਾਣਦੀਆਂ ਸਨ ਕਿ ਉਹਦਾ ਜਗਸੀਰ ਕਈਆਂ ਦੇ ਸਹੁਰਿਆਂ ਪਤਿਓਰਿਆਂ ਦਾ ਹਾਣੀ ਸੀ। ਮੈਂ ਤਾਂ ਬਥੇਰੇ ਤਰਲੇ ਮਾਰਦੀ ਐ ਬਈ, ਆਪਦੇ ਕਿਸੇ ਭੈਣ ਭਾਈ ਦੇ ਘਰ ਟੁੱਕ ਪੱਕਣ ਲੱਗ ਜੇ, ਪਰ ਕੋਈ ਔਤਰਾ ਨੱਕ ਹੀ ਨਹੀਂ ਕਰਦਾ। ਸੂਟੀ ਨੇ ਘੜਿਆ ਕਢਾਇਆ ਜਵਾਬ ਦਿੰਦਿਆਂ ਕਿਹਾ, ਜਿਹਨੂੰ ਆਖੀਦਾ ਅੱਗੋਂ ਉਮਰ ਦਾ ਫਾਨਾ ਫਸਾ ਬਹਿੰਦਾ। ਤਾਂ ਅੱਗੋਂ ਨੰਦੀ ਕਹਿੰਦੀ ਹੈ, ਖਬਰੇ ਲੋਕ ਕਿਸ ਜਾਏ ਜਵਾਕ ਭਾਲਦੇ ਐ, ਉਮਰ ਨੂੰ ਕੀ ਉਹ 90 ਦਾ ਹੋ ਗਿਆ? ਕੁੱਤੇ ਦੀ ਬਿਮਾਰੀ ਵੇਲੇ ਦਾ ਜਰਮ ਹੈ। ਲੋਕਾਂ ਦੇ ਜਿਹੜੇ 70-72 ਵਿਆਹੇ ਜਾਂਦੇ ਐ ਉਹ ਬਾਲੇ ਸੋਹਣੇ ਹੁੰਦੇ ਐ। ਇਹ ਤਾਂ ਰਿਸ਼ਤਾ ਕਰਨ ਵਾਲੇ ਜਾਣਨ ਅੰਬੋ। ਨੰਦੀ ਫਿਰ ਚੁੱਪ ਕਰ ਗਈ। ਪਹਿਲਾਂ ਵਾਂਗ ਹੀ ਇੱਕ ਵਾਰ ਫਿਰ ਉਹਦੀਆਂ ਨਿੱਕੀਆਂ ਅੱਖਾਂ ਬਿੰਦ ਦਾ ਬਿੰਦ ਲਿਸ਼ਕੀਆਂ ਅਤੇ ਮੁੜ ਧੁੰਦਲੀਆਂ ਪੈ ਗਈਆਂ। ਸੂਟੀ ਨੇ ਭਾਂਡੇ ਇਕੱਠੇ ਕੀਤੇ ਅਤੇ ਟੋਕਰੇ ਵਿੱਚ ਰੱਖ ਕੇ ਦਾਲ ਧਰਨ ਲਈ ਗੋਹੇ ਭੰਨਣ ਲੱਗ ਪਈ। ਉਹਨੂੰ ਪਤਾ ਸੀ ਕਿ ਜੇ ਉਹ ਮੁੜ ਨੰਦੀ ਕੋਲ ਜਾ ਬੈਠੀ ਤਾਂ ਉਹਨੇ ਦਿਨ ਛਿਪੇ ਤੱਕ ਗੱਲਾਂ ਨਹੀਂ ਮੁੱਕਣ ਦੇਣੀਆਂ। ਜਿੱਦਾਂ ਦੀ ਨੰਦੀ ਵਿਧਵਾ ਹੋਈ ਸੀ, ਉਦੋਂ ਤੋਂ ਪਿੱਛੋਂ ਜਿਵੇਂ ਉਸ ਨੂੰ ਸ਼ੁਦਾ ਜਿਹਾ ਹੋ ਗਿਆ ਸੀ। ਜਿਸ ਕੋਲ ਜਾ ਕੇ ਬਹਿੰਦੀ ਆਪਣੀਆਂ ਇਹੋ ਗੱਲਾਂ ਛੇੜੀ ਰੱਖਦੀ। ਸਾਰੇ ਵਿਹੜੇ ਦੀਆਂ ਤੀਵੀਆਂ ਉਸ ਤੋਂ ਅੱਕੀਆਂ ਪਈਆਂ ਸਨ, ਨਾਲੇ ਉੱਚਾ ਸੁਣਨ ਕਰਕੇ ਹੋਰ ਵੀ ਪੱਲਾ ਛਡਾਉਣ ਦਾ ਯਤਨ ਕਰਦੀਆਂ ਸਨ। ਜ਼ੋਰ ਨਾਲ ਬੋਲ ਕੇ ਉਹਨੂੰ ਗੱਲ ਸੁਣਾਉਣੀ ਪੈਂਦੀ ਸੀ। ਨੰਦੀ ਵੀ ਹੁਣ ਭਾਵੇਂ ਦੂਜਿਆਂ ਦੇ ਇਸ ਵਤੀਰੇ ਨੂੰ ਸਮਝਣ ਲੱਗ ਪਈ ਸੀ, ਪਰ ਉਹ ਤੋਂ ਘਰੇ ਵੀ ਟਿਕ ਕੇ ਨਹੀਂ ਸੀ ਬੈਠਾ ਜਾਂਦਾ। ਸਾਰਾ ਦਿਨ ਸੁੰਨੇ ਘਰ ਦੇ ਵਿੱਚ ਬੈਠੀ ਨੂੰ ਡਰ ਆਉਣ ਲੱਗ ਪੈਂਦਾ। ਹਾਰ ਕੇ ਜਿੱਧਰ ਨੂੰ ਮੂੰਹ ਹੁੰਦਾ ਉੱਠ ਕੇ ਤੁਰ ਪੈਂਦੀ, ਪਰ ਅੱਗੋਂ ਲੋਕਾਂ ਦੀਆਂ ਚੁਭਵੀਆਂ ਗੱਲਾਂ ਤੇ ਮਸ਼ਕਰੀਆਂ ਸੁਣ ਕੇ ਉਹਦਾ ਚਿੱਤ ਭੈੜਾ ਪੈ ਜਾਂਦਾ। ਬਿੰਦ ਝੱਟ ਬਹਿ ਕੇ ਮੁੜ ਆਪਣੇ ਸਿਵਿਆਂ ਵਰਗੇ ਘਰ ਦੇ ਵਿੱਚ ਆ ਬਹਿੰਦੀ। ਹੁਣ ਵੀ ਸੂਟੀ ਦਾ ਰੁੱਖ ਵੇਖ ਕੇ ਉਹ ਬਿੰਦ ਕੋ ਤਾਂ ਬੈਠੀ ਰਹੀ, ਪਰ ਫਿਰ ਆਪੇ ਹੀ ਉੱਠ ਖੜੋਤੀ ਤੇ ਡੰਗੋਰੀ ਦੇ ਸਹਾਰੇ ਤੁਰਨ ਲੱਗਿਆਂ ਉਹਨੇ ਲੰਮਾ ਸਾਰਾ ਹੌਂਕਾ ਭਰਿਆ, ਰਾਮ ਤੂੰ ਹੀ। ਜਦੋਂ ਉਹ ਸੂਟੀ ਦੀ ਦੇਹਲੀ ਟੱਪਣ ਲੱਗੀ ਤਾਂ ਉਹਨੂੰ ਜਾਪਿਆ ਸੂਟੀ ਨੇ ਮੁੜ ਉਹ ਸ਼ਬਦ ਆਖੇ ਸਨ ਜਿਹੜੇ ਉਸ ਕਿੰਨੇ ਵਾਰ ਪਹਿਲਾਂ ਉਦੋਂ ਸੁਣੇ ਸਨ ਜਦੋਂ ਉਹਨੂੰ ਚੰਗਾ ਭਲਾ ਸੁਣਦਾ ਸੀ। ਭਾਲਦੀ ਏ ਇੱਥੋਂ ਡੋਲੇ, ਫੇਰ ਤਾਂ ਜਾਣੀ ਦੀ ਧੱਗੇ ਕਰਾ ਕੇ ਪਾਊਗੀ ਡੋਲੀਆਂ ਉੱਤਰਦੀ ਨੂੰਹ ਨੂੰ। ਨੰਦੀ ਨੂੰ ਹੋਰ ਝੋਲਾ ਦਿਸਣ ਲੱਗ ਪਿਆ। ਉਹਦੀ ਕੁੱਬੀ ਪਿੱਠ ਦੇ ਵਿੱਚ ਪੀੜ ਹੋਣ ਲੱਗ ਪਈ। ਕੰਧ ਨਾਲ ਖੱਬਾ ਹੱਥ ਘਸਾਉਂਦਿਆਂ ਤੇ ਸੱਜੇ ਹੱਥ ਨਾਲ ਡੰਗੋਰੀ ਸਹਾਰੇ ਆਪਣਾ ਆਪ ਬਚਾਉਂਦਿਆਂ ਉਹ ਹੌਲੀ ਤੁਰਨ ਲੱਗ ਪਈ। ਘਰ ਆ ਕੇ ਇੰਝ ਮੰਜੀ ਉੱਤੇ ਡਿੱਗ ਪਈ ਜਿਵੇਂ ਉਹਦੇ ਅੰਗਾਂ ਵਿੱਚੋਂ ਉੱਕਾ ਹੀ ਸਾਹ ਸੱਤ ਨਿਕਲ ਗਿਆ ਹੋਵੇ। ਹੇ ਰਾਮ, ਉਸ ਫੇਰ ਇੱਕ ਲੰਮਾ ਹੌਂਕਾ ਲਿਆ ਤੇ ਆਪ ਮੁਹਾਰੀ ਇੰਝ ਬੋਲਣ ਲੱਗ ਪਈ ਜਿਵੇਂ ਕਿਸੇ ਨਾਲ ਗੱਲਾਂ ਕਰਦੀ ਹੋਵੇ। ਜੈ ਖਾਣਿਆਂ ਕੋਈ ਘੋੜੀਆਂ ਜੋੜੀਆਂ ਤਾਂ ਨਹੀਂ ਸੀ ਮੰਗੀਆਂ,
ਕਿਸੇ ਅੰਨੀ ਕਾਣੀ ਦਾ ਢੋਹ ਮੇਲ ਹੀ ਬਣਾ ਦਿੰਦਾ। 20 ਵਰੇ ਹੋ ਗਏ, ਮਾਰ ਕੋਈ ਕਸਰ ਛੱਡੀ ਐ ਮੈਂ ਖੂਹੀ ਟੋਭੀ ਪੈਣ ਦੀ। ਪੁੱਤ ਪਿੱਟਾ ਨਾ ਕੋਈ ਦੇਵੀ ਦੇਵਤਾ ਬੋੜਿਆ, ਨਾ ਕਿਸੇ ਪੀਰ ਫਕੀਰ ਨੇ ਸੁਣੀ। ਖਬਰੇ ਸਾਡਾ ਕੀ ਭੁੰਨ ਕੇ ਬੀਜਿਆ ਸੀ, ਆਖੇ ਬਾਰੀ ਵਰੀ ਰੂੜੀ ਦੀ ਵੀ ਸੁਣੀ ਜਾਂਦੀ ਹੈ, ਪਰ ਸਾਡੀ ਤਾਂ ਕਿਸੇ ਉਤਰੇ ਨੇ 20 ਵਰਿਆਂ ਪਿੱਛੋਂ ਵੀ ਨਾ ਸੁਣੀ। ਲੋਕਾਂ ਦੇ 7 ਵਿਆਹੇ ਗਏ, ਪਰ ਮੇਰਾ ਇੱਕੋ ਨੇਰ ਵੇ ਡਾਢਿਆ ਨੇਰ। ਸੁੱਖਾਂ ਸੁੱਖ ਉਹਨੇ 4 ਧੀਆਂ ਪਿੱਛੋਂ ਇੱਕ ਪੁੱਤ ਖੱਟਿਆ ਸੀ। ਜੱਗ ਵਿੱਚ ਆਪਣਾ ਸੀਰ ਪੈ ਗਿਆ ਸਮਝ ਕੇ ਉਹਨੇ ਉਹਦਾ ਨਾਂ ਰੱਖਿਆ ਜਗਸੀਰ। ਕਿੰਨੇ ਚਾਵਾਂ ਨਾਲ ਤੇ ਔਖਾਂ ਨਾਲ ਉਹਨੇ ਆਪਣੇ ਪੁੱਤਰ ਨੂੰ ਪਾਲਿਆ, ਪਰ ਜਦੋਂ ਅਗਾਂਹ ਵਾਧਾ ਵਧਣ ਦਾ ਵੇਲਾ ਆਇਆ ਤਾਂ ਜਿਵੇਂ ਬਿੱਧ ਮਾਤਾ ਨੇ ਨੰਦੀ ਨੂੰ ਆਖਿਆ, ਨੰਦੀਏ ਤੂੰ ਆਪਣੇ ਇਸ ਨੇਫਲ ਬੂਟੇ ਨੂੰ ਸਾਂਭ ਰੱਖ, ਇਹਨੂੰ ਫਲ ਲੱਗਣ ਦੀ ਰੁੱਤ ਮੈਂ ਨਹੀਂ ਆਉਣ ਦੇਣੀ। ਪਰ ਬਿੱਧ ਮਾਤਾ ਤੋਂ ਵੀਰ ਕੇ ਨੰਦੀ ਨੇ ਕੀ ਪਾਪੜ ਨਹੀਂ ਵੇਲੇ ਆਪਣੇ ਜਗਸੀਰ ਦਾ ਘਰ ਬੰਨ੍ਹਣ ਲਈ। ਜਿਹਦੀ ਕਦੇ ਪਿੱਠ ਨਹੀਂ ਸੀ ਵੇਖੀ, ਉਹਦੇ ਪੈਰ ਫੜੇ ਸਨ, ਫੇਰ ਵੀ ਉਹਦੀ ਕੋਈ ਪੇਸ਼ ਨਹੀਂ ਸੀ ਗਈ। ਜਗਸੀਰ ਦੀ ਉਮਰ ਹੁਣ 2 ਉੱਤੇ 40 ਵਰਿਆਂ ਦੀ ਹੋ ਚੱਲੀ ਸੀ। ਅਜੇ ਤੱਕ ਨੰਦੀ ਤੋਂ ਕਿਤੇ ਹੱਥ ਨਹੀਂ ਸੀ ਪਿਆ। ਜਗਸੀਰ ਦੇ ਪਿਓ ਮਰੇ ਨੂੰ ਕੋਈ 15 ਵਰੇ ਹੋ ਗਏ ਸਨ, ਪਰ ਜਦੋਂ ਉਹ ਜਿਉਂਦਾ ਸੀ ਤਾਂ ਨੰਦੀ ਨੇ ਉਹਦੇ ਬਥੇਰੇ ਤਰਲੇ ਕੀਤੇ ਤੇ ਕਿਸੇ ਨੂੰ 4 ਛਿੱਲੜ ਲੈ ਦੇ ਕੇ ਕੋਈ ਵਸੀਲਾ ਬਣਾ ਲਵੇ, ਪਰ ਉਹ ਆਪਣੇ ਧਰਮ ਦਾ ਪੂਰਾ ਸੀ ਤੇ ਉਸ ਨੰਦੀ ਦੀ ਕਦੇ ਵੀ ਨਾ ਸੁਣੀ। ਅਜਿਹੇ ਵੇਲੇ ਅੱਗੋਂ ਸਗੋਂ ਉਹ ਹਿਰਖ ਕੇ ਆਖਦਾ, ਜਦੋਂ ਮੈਂ ਆਪਣੀਆਂ 4 ਧੀਆਂ ਪੁੰਨ ਦੇ ਦਿੱਤੀਆਂ ਤਾਂ ਪੁੱਤ ਪਿੱਛੇ ਇਹ ਕਲੰਕ ਕਿਵੇਂ ਖੱਟ ਲਾਂ। ਤੇ ਉਸ ਆਪਣੀ ਅੜੀ ਅਖੀਰਲੇ ਦਮ ਤੱਕ ਫੜੀ ਰੱਖੀ। ਉਂਝ ਭਾਵੇਂ ਕਿਵੇਂ ਨਾ ਕਿਵੇਂ ਨੰਦੀ ਇਹ ਸਾਰੀਆਂ ਗੱਲਾਂ ਵੀ ਨਜਿੱਠ ਲੈਂਦੀ, ਪਰ ਜਿਹੜਾ ਕਲੰਕ ਉਹ ਕਦੇ ਵੀ ਨਹੀਂ ਸੀ ਧੋ ਸਕਦੀ, ਉਹ ਆਪਣੇ ਪੇਕਿਆਂ ਦੀ ਅਣਹੋਂਦ ਸੀ। ਇਹ ਇੱਕ ਅਜਿਹਾ ਅਟਕਾ ਸੀ ਕਿ ਇਸੇ ਗੱਲ ਪਿੱਛੇ ਕਈ ਵਾਰ ਸਾਰੀ ਦੀ ਸਾਰੀ ਬੜੀ ਬਣਾਈ ਖੇਡ ਵਿਗੜ ਗਈ ਸੀ। ਜਦੋਂ ਵੀ ਕੋਈ ਵੇਖਣ ਵਾਲਾ ਆਉਂਦਾ ਤਾਂ ਲੋਕਾਂ ਦੀ ਚੁੱਕ 'ਚ ਆਇਆ ਸਭ ਤੋਂ ਪਹਿਲਾਂ ਇਹੋ ਗੱਲ ਪੁੱਛਦਾ, ਮੁੰਡੇ ਦੇ ਨਾਨਕੇ ਕਿੱਥੇ ਹੈ? ਨੰਦੀ ਕੀ ਦੱਸੇ, ਕਿੰਨੀ ਵਾਰ ਉਸ ਇਸੇ ਗੱਲ ਪਿੱਛੇ ਝੂਠ ਬੋਲਿਆ ਸੀ, ਪਰ ਭਾਨੀ ਮਾਰ ਜੇ ਅਜਿਹੇ ਝੂਠ ਚੱਲਣ ਦਿੰਦੇ ਹੁੰਦੇ ਤਾਂ ਸ਼ਾਇਦ ਕਿਸੇ ਦਾ ਕੋਈ ਵੀ ਕੁਆਰਾ ਨਾ ਰਹਿੰਦਾ। ਨੰਦੀ ਪੇਕਿਆਂ ਵਾਰੀ ਸੀ। ਜਗਸੀਰ ਦੇ ਪਿਓ ਨੇ ਭਾਵੇਂ ਉਹਨੂੰ ਜਿਉਂਦੇ ਜੀ ਕਦੇ ਇਹ ਗੱਲ ਚਿਤਾਰਨ ਨਹੀਂ ਸੀ ਦਿੱਤੀ, ਪਰ ਲੋਕਾਂ ਦੀ ਦੰਦ ਕਥਾ ਨੂੰ ਉਹ ਵੀ ਕਿਵੇਂ ਰੋਕ ਲੈਂਦਾ। ਮਾਰਦੇ ਦਾ ਤਾਂ ਬੰਦਾ ਹੱਥ ਫੜ ਲਏ, ਪਰ ਬੋਲਦੇ ਦੀ ਜੀਭ ਕਿੰਜ ਫੜ ਲਏ। ਨੰਦੀ ਸਾਂਸੀਆਂ ਦੀ ਧੀ ਸੀ। ਉਹਦੇ ਮਾਪੇ ਪਤਾ ਨਹੀਂ ਕਿੱਧਰ ਮਰ ਖੱਪ ਗਏ ਸਨ। ਉਹਨਾਂ ਬਾਰੇ ਮੁੜ ਉਸ ਕਦੇ ਕੁਝ ਨਹੀਂ ਸੀ ਸੁਣਿਆ। ਜਦੋਂ ਨੰਦੀ ਨੂੰ ਇਹ ਬੀਤੀਆਂ ਗੱਲਾਂ ਯਾਦ ਆ ਜਾਂਦੀਆਂ ਤਾਂ ਉਹ ਹੁਣ ਵੀ ਕਈ ਵਾਰ ਸਾਰੀ ਰਾਤ ਰੋਂਦੀ ਰਹਿੰਦੀ। ਫੇਰ ਜਦੋਂ ਅਜਿਹੇ ਪੱਥਰਚਿੱਤ ਮਾਪਿਆਂ ਦਾ ਖਿਆਲ ਆਉਂਦਾ ਜਿਨ੍ਹਾਂ ਉਹਦਾ ਮੁੜ ਕਦੇ ਮੂੰਹ ਵੀ ਨਹੀਂ ਸੀ ਆ ਕੇ ਦੇਖਿਆ, ਤਾਂ ਸਬਰ ਦਾ ਘੁੱਟ ਭਰ ਕੇ ਚੁੱਪ ਕਰ ਜਾਂਦੀ। ਨੰਦੀ ਤੇ ਜਗਸੀਰ ਦੇ ਪਿਓ ਦੀ ਆਪਣੀ ਇੱਕ ਇਸ਼ਕ ਕਹਾਣੀ ਸੀ। ਉਹਦੇ ਟੱਪਰੀਵਾਸ ਮਾਪੇ ਜਦੋਂ ਦੇਸ ਪਰਦੇਸ ਕੱਛਦੇ ਇੱਧਰ ਆਏ ਤਾਂ ਨੰਦੀ ਦਾ ਜਗਸੀਰ ਦੇ ਪਿਓ ਨਾਲ ਮੇਲ ਹੋ ਗਿਆ। ਉਹ ਆਪਣੇ ਸਾਰੇ ਇੱਕ ਕਬੀਲੇ ਤੋਂ ਵੀਰ ਕੇ ਜਗਸੀਰ ਦੇ ਪਿਓ ਨਾਲ ਨੱਸ ਗਈ। ਸਾਂਸੀਆਂ ਦਾ ਸਾਰਾ ਲਾਣਾ ਉੱਠ ਕੇ ਜਦੋਂ ਉਹਨੂੰ ਭਾਲਣ ਚੜਿਆ ਤਾਂ ਉਹ ਆਪੇ ਹੀ ਉਹਨਾਂ ਕੋਲ ਆ ਗਈ। ਤੇ ਇਹ ਗੱਲ ਅੱਜ ਤਾਈਂ ਵੀ ਪੁਰਾਣੇ ਬੁੱਢਿਆਂ ਨੂੰ ਨਹੀਂ ਸੀ ਭੁੱਲੀ ਕਿ ਕਿਵੇਂ ਉਹ ਘੱਗਰੀ ਦੀ ਲਾਂਗੜ ਮਾਰ ਕੇ ਗੰਡਾਸਾ ਮੋਢੇ 'ਤੇ ਧਰ ਕੇ ਛੀਣੀ ਵਾਂਗ ਸਾਰਿਆਂ ਨੂੰ ਦੇ ਸਾਹਮਣੇ ਖੜੋਤੀ ਸੀ। ਉਹਦਾ ਇਹ ਰੁੱਖ ਵੇਖ ਕੇ ਉਹਦੇ ਪਿਓ ਨੇ ਸਾਰਿਆਂ ਨੂੰ ਵਰਜ ਦਿੱਤਾ ਸੀ ਤੇ ਦੂਰੋਂ ਹੀ ਰੋਣ ਵਰਗੀ ਆਵਾਜ਼ ਦੇ ਵਿੱਚ ਉਸ ਡੱਕੇ ਤੋੜ ਕੇ ਸੁੱਟਦਿਆਂ ਆਖਿਆ ਸੀ, ਆ ਲੈ ਨੰਦੀਏ, ਤੂੰ ਅੱਜ ਸਾਡੇ ਵੰਨਿਓ ਮਰ ਗਈ ਤੇ ਅਸੀਂ ਤੇਰੇ ਵੰਨਿਓ। ਡੱਕੇ ਤੋੜਨਾ ਹੁੰਦਾ ਹੈ ਬੇਟੇ ਰਿਸ਼ਤਾ ਤੋੜ ਦੇਣਾ। ਜਿਹੜੇ ਖਾਤੇ ਮਰਜ਼ੀ ਹੈ ਪੈ ਜਾ, ਅਸੀਂ ਮੁੜ ਤੇਰਾ ਮੂੰਹ ਨਹੀਂ ਵੇਖਣ ਆਉਣਾ। ਤੇ ਮੁੜ ਅੱਜ ਤਾਈਂ ਨਾ ਨੰਦੀ ਨੇ ਆਪਣੇ ਮਾਪਿਆਂ ਨੂੰ ਭਾਲਿਆ, ਨਾ ਉਹਨਾਂ ਹੀ ਕਦੇ ਇਸ ਪਿੰਡ ਵੱਲ ਮੂੰਹ ਕੀਤਾ। ਨੰਦੀ ਨੂੰ ਇਹ ਸਭ ਯਾਦਾਂ ਜਿਵੇਂ ਵਿਸਰ ਗਈਆਂ ਸਨ, ਪਰ ਵੱਡੇ ਵੱਡੇ ਫੱਟਾਂ ਦੇ ਨਿਸ਼ਾਨਾਂ ਵਾਂਗ ਅਜੇ ਵੀ ਇਹਨਾਂ ਦੇ ਨਿਸ਼ਾਨ ਸਾਫ਼ ਦਿਸਦੇ ਸਨ। ਉਹਦੇ ਪੇਕਿਆਂ ਵਾਰੀ ਹੋਣ ਸਦਕਾ ਹੀ ਉਹਦੀਆਂ 4 ਧੀਆਂ ਚੰਗੀ ਘਰੀ ਨਹੀਂ ਸੀ ਵਿਆਹੀਆਂ ਗਈਆਂ। ਤਿੰਨਾਂ ਦੇ ਸਾਕ ਤਾਂ ਉੱਥੇ ਕਰਨੇ ਪਏ ਸਨ ਜਿੱਥੇ ਮੁੰਡੇ ਕਈ ਵਰਿਆਂ ਦੇ ਰੁਕੇ ਹੋਏ ਸਨ। ਨੰਦੀ ਜਗਸੀਰ ਦੇ ਪਿਓ ਅੱਗੇ ਪਿੱਟ ਕੇ ਬਹਿ ਰਹੀ ਸੀ ਕਿ ਜਦੋਂ ਧੀਆਂ ਅਜਿਹੇ ਨਰਕ ਵਿੱਚ ਹੀ ਸੁੱਟਣੀਆਂ ਤਾਂ ਮੁੱਲ ਕਿਉਂ ਨਾ ਲੈ ਲਿਆ ਜਾਏ। ਜਦੋਂ ਲੋਕ ਮੂੰਹ ਅੱਡ ਕੇ ਆਪ ਮੰਗ ਲੈਂਦੇ ਸਨ, ਉਦੋਂ ਉਹਨਾਂ ਦਾ ਧਰਮ ਤੇ ਨੰਦੀ ਦੇ ਪੇਕਿਆਂ ਵਾਰੀ ਹੋਣ ਦੀ ਗੱਲ ਕਿੱਧਰ ਜਾਂਦੀ ਸੀ। ਜਦੋਂ ਲੋਕਾਂ ਦਾ ਕੋਈ ਧਰਮ ਨਹੀਂ ਤਾਂ ਅਸੀਂ ਹੀ ਕਿਉਂ ਇਹਦਾ ਠੇਕਾ ਲਿਆ। ਪਰ ਉਹ ਕਦੇ ਨਾ ਮੰਨਿਆ।
ਉਹ ਸਗੋਂ ਅੱਗੋਂ ਆਪਣਾ ਧਰਮ ਗਿਆਨ ਘੁੱਟਣ ਲੱਗ ਪੈਂਦਾ। ਜਿਸ ਦੁਨੀਆ ਮਗਰ ਲੱਗ ਕੇ ਧਰਮ ਛੱਡ ਦਿੱਤਾ ਉਹ ਕੋਈ ਬੰਦਾ ਹੈ? ਚੰਦਰਿਆ, ਜੇ ਤੂੰ ਮੇਰੀ ਗੱਲ ਮੰਨ ਲੈਂਦਾ ਤਾਂ ਹੁਣ ਨੂੰ ਸੁੱਖ ਨਾਲ ਵਿਹੜੇ ਵਿੱਚ ਭਾਗ ਨਾ ਲੱਗੇ ਹੁੰਦੇ। ਨੰਦੀ ਨੇ ਪਿਆਂ ਜਿਵੇਂ ਜਗਸੀਰ ਦੇ ਪਿਓ ਨੂੰ ਸੰਬੋਧਨ ਕਰਦਿਆਂ ਆਖਿਆ, ਕਿਸੇ ਪੋਤੇ ਤੋਂ ਸੀੜੀ ਨੂੰ ਹੱਥ ਲਵਾ ਕੇ ਤੁਰਦਾ ਤਾਂ ਗੱਤ ਹੋ ਜਾਂਦੀ। ਹੁਣ ਪਿਆ ਨਰਕਾਂ ਦੀ ਅੱਗ ਵਿੱਚ ਸੜਦਾ ਹੋਵੇਂਗਾ। ਦੱਸ ਤੇਰਾ ਧਰਮ ਤੈਨੂੰ ਕੀ ਤਾਰੂ? ਪਰ ਨਰਕ ਸ਼ਬਦ ਦਾ ਚੇਤਾ ਕਰਕੇ ਉਹਨੂੰ ਜਾਪਿਆ ਜਿਵੇਂ ਉਸਨੇ ਜਗਸੀਰ ਦੇ ਪਿਓ ਦਾ ਤਿਰਸਕਾਰ ਕੀਤਾ ਹੋਵੇ। ਤਿਰਸਕਾਰ ਅਪਮਾਨ ਕਰਨਾ। ਤਾਂ ਇਹ ਖਿਆਲ ਆਉਂਦਿਆਂ ਹੀ ਉਹਦੇ ਚਿਹਰੇ ਦੀਆਂ ਸਾਰੀਆਂ ਝੁਰੜੀਆਂ ਵਿੱਚ ਚੀਸਾਂ ਪੈਣ ਲੱਗ ਪਈਆਂ ਤੇ ਅਸਮਾਨ ਉਹਨੂੰ ਅੱਗ ਵਰਗਾ ਦਿਸਣ ਲੱਗ ਪਿਆ। ਅਜਿਹੇ ਖਿਆਲਾਂ ਤੋਂ ਹੁਣ ਉਹਨੂੰ ਡਰ ਆਉਣ ਲੱਗ ਪਿਆ ਸੀ। ਉਸ ਪਾਸਾ ਪਰਤਿਆ ਤੇ ਚੁੰਨੀ ਨਾਲ ਮੂੰਹ ਢੱਕ ਕੇ ਚੁੱਪ ਕਰ ਗਈ। ਆਥਣੇ ਜਦੋਂ ਜਗਸੀਰ ਘਰ ਆਇਆ ਤਾਂ ਨੰਦੀ ਅਜੇ ਵੀ ਮੰਜੇ ਉੱਤੇ ਪਈ ਸੀ। ਕੀ ਗੱਲ ਹੈ ਬੇਬੇ, ਅੱਜ ਵਰਤ ਰੱਖਣ ਦੀ ਸਲਾਹ ਆ? ਜਗਸੀਰ ਨੇ ਠੰਡੇ ਹਾਰੇ ਵੱਲ ਨਿਗਾਹ ਮਾਰ ਕੇ ਆਖਿਆ। ਜਦੋਂ ਬੇਬੇ ਸਿਵਿਆਂ ਦੀ ਅੱਗ 'ਚ ਜਾਂਦੀ ਰਹੀ ਉਦੋਂ ਵਰਤ ਰੱਖ ਹੀ ਬਥੇਰਾ ਡੱਕ ਲਈ। ਕਿਸੇ ਨੇ ਨਹੀਂ ਤੇਰੇ ਮੂਹਰੇ ਥਾਲ ਪਰੋਸ ਧਰਨੇ। ਨੰਦੀ ਨੇ ਮੋੜਵਾਂ ਜਵਾਬ ਦਿੱਤਾ। ਤੁਰੰਤ ਤਾਂ ਜਗਸੀਰ ਨੂੰ ਮੱਲੋ ਮੱਲੀ ਹਾਸੀ ਆ ਗਈ, ਪਰ ਨਾਲ ਦੀ ਨਾਲ ਉਹਦਾ ਚਿੱਤ ਭੈੜਾ ਜਿਹਾ ਪੈ ਗਿਆ। ਨੰਦੀ ਦੀਆਂ ਆਥਣ ਉੱਗਣ ਦੀਆਂ ਅਜਿਹੀਆਂ ਗੱਲਾਂ ਤੋਂ ਉਹਨੂੰ ਹੁਣ ਅਕੇਵਾਂ ਹੋਣ ਲੱਗ ਪਿਆ ਸੀ। ਦਿਨੋਂ ਦਿਨ ਨੰਦੀ ਦਾ ਇਹ ਸ਼ੁਦਾ ਵੱਧਦਾ ਜਾਂਦਾ ਸੀ। ਜਿੰਨਾ ਚਿਰ ਜਗਸੀਰ ਘਰ ਰਹਿੰਦਾ ਆਨੀ ਬਾਨੀ ਉਹ ਵਿੰਗੇ ਟੇਢੇ ਢੰਗ ਦੇ ਨਾਲ ਇਹੋ ਗੱਲ ਛੇੜੀ ਰੱਖਦੀ। ਇਸੇ ਕਰਕੇ ਜਗਸੀਰ ਕਈ ਵਾਰ ਸਾਰਾ ਦਿਨ ਤੇ ਕਦੇ ਰਾਤ ਨੂੰ ਘਰ ਨਹੀਂ ਸੀ ਆਉਂਦਾ। ਪਰ ਨਾਲ ਹੀ ਨੰਦੀ ਦੀ ਅਜਿਹੀ ਤਰਸਯੋਗ ਹਾਲਤ ਵੀ ਉਹ ਤੋਂ ਜਰੀ ਨਹੀਂ ਸੀ ਜਾਂਦੀ। ਜਦੋਂ ਵੀ ਉਹ ਕੁਝ ਕਵੇਲਾ ਕਰ ਆਉਂਦਾ ਨੰਦੀ ਉਸ ਨੂੰ ਮੁੜ ਕੇ ਪੁੱਛਦੀ ਕਿ ਉਹ ਕਿੱਥੇ ਗਿਆ ਸੀ। ਇਸ ਪੁੱਛ ਪਛਾਈ ਤੋਂ ਵੀ ਜਗਸੀਰ ਨੂੰ ਬੜਾ ਅਕੇਵਾਂ ਹੁੰਦਾ। ਅਖੀਰ ਉਹ ਸੋਚਦਾ, ਪਤਾ ਨਹੀਂ ਹੋਰ 1 ਵਰੇ ਇਹਨੇ ਜਿਉਣਾ ਕਿ ਨਹੀਂ, ਹੁਣ ਕਾਹਦੇ ਪਿੱਛੇ ਇਹਨੂੰ ਦੁਖੀ ਕਰਨਾ। ਵਾਹ ਲੱਗਦੀ ਉਹ ਨੰਦੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਹਾਸੇ ਵਿੱਚ ਟਾਲ ਦਿੰਦਾ। ਨੰਦੀ ਨੂੰ ਪੂਰਾ ਭਰੋਸਾ ਸੀ ਕਿ ਉਹਦਾ ਜਗਸੀਰ ਕਪੁੱਤ ਨਹੀਂ। ਬੇਬੇ, ਤੜਕੇ ਮੈਂ ਆਪਣੇ ਖੇਤ ਹਲ ਜੋੜਨਾ ਹੈ। ਜਗਸੀਰ ਨੇ ਨੰਦੀ ਦਾ ਧਿਆਨ ਇਧਰੋਂ ਹਟਾਉਣ ਲਈ ਕਿਹਾ। ਆਪਣੇ ਖੇਤ ਦਾ ਨਾਂ ਸੁਣ ਕੇ ਬਿੰਦ ਕੋ ਤਾਂ ਨੰਦੀ ਚੁੱਪ ਕਰਕੇ ਪਈ ਰਹੀ। ਫਿਰ ਆਪ ਹੀ ਉੱਠ ਕੇ ਡੰਗੋਰੀ ਚੁੱਕਦਿਆਂ ਉਸ ਮਲਮੀ ਜੀਭ ਨਾਲ ਕਿਹਾ, ਭਲੀ ਹੋਈ, ਇਹ ਦਿਨ ਨੰਦੀ ਲਈ ਵਰੇ ਦਿਨਾਂ ਦੇ ਦਿਨ ਵਰਗਾ ਹੁੰਦਾ ਤੇ ਹੁਣ ਤੱਕ ਉਹ ਇਸ ਦਿਨ ਨੂੰ ਇੱਕ ਤਿਉਹਾਰ ਵਾਂਗ ਮਨਾਉਂਦੀ ਆਈ ਸੀ। ਇਸੇ ਕਰਕੇ ਉਹ ਚੁੱਪ ਚਪੀਤੀ ਉੱਠ ਕੇ ਕੋਠੜੀ ਅੰਦਰ ਚਲੀ ਗਈ ਤੇ ਆਪਣੇ ਲੱਕੜ ਦੇ ਪੁਰਾਣੇ ਸੰਦੂਕ ਕੋਲ ਜਾ ਖੜੋਤੀ। ਆਲੇ ਵਿੱਚ ਪਏ ਸ਼ਿੱਕੂ ਉਸ ਟੋਟ ਆ ਕੇ ਕੁੰਜੀ ਲੱਭੀ ਤੇ ਜੰਗਾਲ ਦੀ ਖਾਦੀ ਜਿੰਦਰੀ ਖੋਲਣ ਲੱਗ ਪਈ। ਮੈਂ ਆਵਾਂ ਬੇਬੇ, ਜੇ ਜਿੰਦਰਾ ਨਹੀਂ ਖੁੱਲਦਾ ਤਾਂ? ਜਗਸੀਰ ਨੇ ਹਾਸੇ ਵਜੋਂ ਬਾਹਰੋਂ ਹੀ ਆਖਿਆ। ਪਰ ਨੰਦੀ ਚੁੱਪ ਕਰਕੇ ਕੁੰਜੀ ਨੂੰ ਜਿੰਦਰੇ ਵਿੱਚ ਘੁਮਾਉਂਦੀ ਰਹੀ। ਜਗਸੀਰ ਨੂੰ ਪਤਾ ਸੀ ਹਰ ਹਾੜੀ ਸੌਣੀ ਸਾਲ ਵਿੱਚ 2 ਵਾਰੀ ਉਹ ਇਸ ਜਿੰਦਰੀ ਨੂੰ ਖੋਲ੍ਹਦੀ ਸੀ ਤੇ ਉਸ ਜਗਸੀਰ ਨੂੰ ਵੀ ਕਦੇ ਇਸ ਸੰਦੂਕ ਦੇ ਨੇੜੇ ਨਹੀਂ ਸੀ ਆਉਣ ਦਿੱਤਾ। ਭਾਵੇਂ ਜਗਸੀਰ ਨੂੰ ਪਤਾ ਸੀ ਕਿ ਸੰਦੂਕ ਵਿੱਚ ਬਿਨਾਂ 4 ਪੁਰਾਣੇ ਕੱਪੜਿਆਂ ਤੇ 1-2 ਚਾਂਦੀ ਦੀਆਂ ਟੂਮਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ, ਪਰ ਤਦ ਵੀ ਉਹਦਾ ਜੀ ਕਈ ਵਾਰ ਕੀਤਾ ਸੀ ਕਿ ਇਹਨੂੰ ਖੋਲ੍ਹ ਕੇ ਵੇਖੇ ਕਿ ਨੰਦੀ ਨੇ ਇਸ ਵਿੱਚ ਕੀ ਲੁਕੋਇਆ ਹੋਇਆ ਸੀ। ਪਰ ਫਿਰ ਆਪੇ ਹੀ ਉਹਨੂੰ ਨੰਦੀ ਦੀ ਉਹ ਗੱਲ ਚੇਤੇ ਆ ਜਾਂਦੀ ਜੋ ਕਈ ਵਰੇ ਹੋਏ ਉਹਨੇ ਐਵੇਂ ਹਾੜੀ ਦੀ ਬਜਾਈ ਵੇਲੇ ਸੰਦੂਕ ਖੋਲ੍ਹਦਿਆਂ ਆਖੀ ਸੀ। ਜਦੋਂ ਜਗਸੀਰ ਉਹਦੇ ਸੰਦੂਕ ਖੋਲ੍ਹਦੀ ਦੇ ਕੋਲ ਜਾ ਕੇ ਖੜੋਤਾ ਤਾਂ ਉਹਨੇ ਕਿਹਾ ਸੀ, ਮੇਰੇ ਮਰੀ ਪਿੱਛੋਂ ਕੁਛ ਕਰੀਂ, ਪਰ ਮੇਰੇ ਜਿਉਂਦਿਆਂ ਇਸ ਸੰਦੂਕ ਨੂੰ ਹੱਥ ਨਾ ਲਾਈਂ। ਤੇ ਉਹ ਦਿਨ ਹੱਦ ਜਗਸੀਰ ਕਦੇ ਇਸ ਸੰਦੂਕ ਦੇ ਨੇੜੇ ਨਹੀਂ ਸੀ ਗਿਆ। ਪਲਕੋ ਪਿੱਛੋਂ ਨੰਦੀ ਹੱਥ ਵਿੱਚ ਇੱਕ ਚਾਂਦੀ ਦਾ ਰੁਪਈਆ ਲੈ ਕੇ ਬਾਹਰ ਆ ਗਈ ਤੇ ਜਗਸੀਰ ਨੂੰ ਫੜਾਉਂਦਿਆਂ ਬੋਲੀ, ਲੈ ਅਠਿਆਨੀ ਦੇ ਚੌਲ ਤੇ ਅਠਿਆਨੀ ਦੀ ਸ਼ੱਕਰ ਲੈ ਆ। ਮਗਰ ਹੁਣ 2 ਹੀ ਰਹਿ ਗਏ। ਸੋਹਣੀ ਤਾਈ ਤਾਂ ਮਰਦੀ ਨਹੀਂ, ਉਦੋਂ ਪਿੱਛੋਂ ਇੱਕ ਬਚੂਗਾ, ਉਹਦਾ ਮੇਰੇ ਤੇ ਖੱਫਣ ਪਾ ਦੀ। ਤੈਨੂੰ ਮੈਂ 1 ਰੁਪਈਏ ਵਾਲਾ ਖੱਫਣ ਪਾ ਕੇ ਤੋਰੂੰ ਬੇਬੇ? ਜਗਸੀਰ ਨੇ ਮੁਸਕਰਾ ਕੇ ਕਿਹਾ। ਤੂੰ ਵੇਖੀ ਤਾਂ ਸਹੀ, ਤੇਰੇ ਤੇ ਦੁਸਾਲੇ ਪਾ ਕੇ ਤੇਰਾ ਐਸਾ ਬਮਾਨ ਕੱਢੂੰ ਬਈ ਦੁਨੀਆ ਪਈ ਦੇਖੂ। ਲੈ ਪਾਈ ਚਾਹੇ ਨਾ ਪਾਈ, ਦਸਾਲਿਆਂ ਨਾਲ ਕਿਹੜਾ ਗੱਤ ਹੋ ਜੂ। ਨੰਦੀ ਦਾ ਰੁੱਖ ਫੇਰ ਉਸ ਪਾਸੇ ਹੋਇਆ ਦੇਖ ਕੇ ਉਹ ਉੱਠ ਖੜੋਤਾ ਤੇ ਰੁਪਈਆ ਫੜ ਕੇ ਹੱਟੀ ਵੱਲ ਤੁਰ ਪਿਆ। ਤਾਂ ਇਸ ਤਰ੍ਹਾਂ ਬੇਟੇ ਇਹ ਜਿਹੜਾ ਪਹਿਲਾ ਕਾਂਡ ਆਪਾਂ ਚੰਗੀ ਤਰ੍ਹਾਂ ਪੜ੍ਹਿਆ। ਉਸ ਤੋਂ ਬਾਅਦ ਮੈਂ ਤੁਹਾਨੂੰ ਅੰਤ ਵਿੱਚ ਕੁਝ ਪ੍ਰਸ਼ਨ ਦੇ ਰਹੀ ਹਾਂ ਬੇਟੇ, ਤਾਂ ਉਹ ਤੁਸੀਂ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ।